हाँ जी, इस ਮੌਕ ਟੈਸਟ ਦੇ ਵਿੱਚ ਟੋਟਲ 90 MCQs ਇਨਕਲੂਡ ਕੀਤੇ ਗਏ ਹਨ, ਯਾਨੀ ਕਿ ਇਸ ਮੌਕ ਟੈਸਟ ਦੇ ਵਿੱਚ ਟੋਟਲ 90 MCQs ਇਨਕਲੂਡ ਕੀਤੇ ਗਏ ਹਨ। ਸੋ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਅਤੇ ਐਂਡ ਤੱਕ ਜ਼ਰੂਰ ਦੇਖਣਾ ਹੈ ਐਂਡ ਤੁਸੀਂ ਲਾਸਟ 'ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਕਿ ਤੁਹਾਡੇ ਇਹਨਾਂ ਵਿੱਚੋਂ ਕਿੰਨੇ ਮਾਰਕਸ ਬਣੇ ਹਨ। ਸੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਇਸ ਤੋਂ ਇਲਾਵਾ ਇਸ ਟੈਸਟ ਦੇ ਵਿੱਚ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਨਹੀਂ ਦਿੱਤੀ ਜਾਵੇਗੀ, ਆਪਾਂ ਸਿਰਫ ਆਨਸਰ ਤੱਕ ਹੀ ਸੀਮਿਤ ਰਹਾਂਗੇ। ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਆਪਣੇ ਸਾਹਮਣੇ ਪਹਿਲਾ ਪ੍ਰਸ਼ਨ ਦਿੱਤਾ ਗਿਆ, ਪੰਜਾਬ ਦੇ ਕਿਹੜੇ ਮੁੱਖ ਮੰਤਰੀ ਭਾਰਤ ਦੇ 7ਵੇਂ ਰਾਸ਼ਟਰਪਤੀ ਬਣੇ ਸਨ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋ ਜਾਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਗਿਆਨੀ ਜ਼ੈਲ ਸਿੰਘ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋ ਜਾਵੇਗਾ। ਨੈਕਸਟ, ਗਿਆਨੀ ਜ਼ੈਲ ਸਿੰਘ ਨੂੰ ਭਾਰਤ ਦੇ 7ਵੇਂ ਰਾਸ਼ਟਰਪਤੀ ਕਦੋਂ ਬਣਾਇਆ ਗਿਆ ਸੀਗਾ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ 1984 ਈਸਵੀ ਦੇ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਭਾਰਤ ਦੇ 7ਵੇਂ ਰਾਸ਼ਟਰਪਤੀ ਬਣਾਇਆ ਗਿਆ ਸੀਗਾ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਨੈਕਸਟ, ਇੱਕ ਮਿਆਨ ਦੋ ਤਲਵਾਰਾਂ ਕਿਸ ਦੀ ਜੀਵਨ ਗਾਥਾ ਹੈ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਕਰਤਾਰ ਸਿੰਘ ਸਰਾਭਾ। ਹਾਂਜੀ, ਇੱਕ ਮਿਆਨ ਦੋ ਤਲਵਾਰਾਂ ਕਰਤਾਰ ਸਿੰਘ ਸਰਾਭਾ ਦੀ ਜੀਵਨ ਗਾਥਾ ਹੈ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਨੈਕਸਟ, ਇੱਕ ਮਿਆਨ ਦੋ ਤਲਵਾਰਾਂ ਕਿਸ ਦੀ ਰਚਨਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਨਾਨਕ ਸਿੰਘ। ਹਾਂਜੀ, ਇੱਕ ਮਿਆਨ ਦੋ ਤਲਵਾਰਾਂ ਨਾਨਕ ਸਿੰਘ ਦੀ ਰਚਨਾ ਹੈ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਨੈਕਸਟ, ਅਜੋਕੇ ਪੰਜਾਬ ਦੀ ਰਾਜਨੀਤੀ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਪ੍ਰਤਾਪ ਸਿੰਘ ਕੈਰੋਂ। ਹਾਂਜੀ, ਪ੍ਰਤਾਪ ਸਿੰਘ ਕੈਰੋਂ ਨੂੰ ਅਜੋਕੇ ਪੰਜਾਬ ਦੀ ਰਾਜਨੀਤੀ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਨੈਕਸਟ ਆਪਾਂ ਮੂਵ ਕਰਦੇ ਹਾਂ। ਹਾਂਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਪ੍ਰਤਾਪ ਸਿੰਘ ਕੈਰੋਂ। ਹਾਂਜੀ, ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀਗੀ। ਨੈਕਸਟ ਆਪਾਂ ਮੂਵ ਕਰਦੇ ਹਾਂ ਜੀ, ਗਦਰ ਅਖਬਾਰ ਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ 1913 ਈਸਵੀ ਦੇ ਵਿੱਚ ਗਦਰ ਅਖਬਾਰ ਦੀ ਸ਼ੁਰੂਆਤ ਕੀਤੀ ਗਈ ਸੀ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਹੇਠ ਲਿਖਾਂ ਦੇ ਵਿੱਚੋਂ ਕਿਹੜੀ ਭਾਸ਼ਾ ਵਿੱਚ ਗਦਰ ਅਖਬਾਰ ਨਹੀਂ ਛਪਦਾ ਸੀਗਾ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਸੰਸਕ੍ਰਿਤ। ਹਾਂਜੀ, ਸੰਸਕ੍ਰਿਤ ਭਾਸ਼ਾ ਦੇ ਵਿੱਚ ਗਦਰ ਜਿਹੜਾ ਅਖਬਾਰ ਸੀਗਾ ਇਹ ਨਹੀਂ ਛਪਦਾ ਸੀ। ਨੈਕਸਟ ਮੂਵ ਕਰਦੇ ਹਾਂ ਜੀ, ਕਾਮਾ ਗਾਟਾ ਮਾਰੂ ਘਟਨਾ ਨਾਲ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਅਕਤੀ ਸੰਬੰਧਿਤ ਸੀਗਾ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਬਾਬਾ ਗੁਰਦਿੱਤ ਸਿੰਘ। ਹਾਂਜੀ, ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ ਘਟਨਾ ਨਾਲ ਸੰਬੰਧਿਤ ਸਨ। ਨੈਕਸਟ ਆਪਾਂ ਮੂਵ ਕਰਦੇ ਹਾਂ ਜੀ, ਕਾਮਾ ਗਾਟਾ ਮਾਰੂ ਜਹਾਜ਼ ਦਾ ਨਾਮ ਕੀ ਰੱਖਿਆ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਗੁਰੂ ਨਾਨਕ ਜਹਾਜ਼। ਹਾਂਜੀ, ਕਾਮਾ ਗਾਟਾ ਮਾਰੂ ਜਹਾਜ਼ ਦਾ ਨਾਮ ਰੱਖਿਆ ਗਿਆ ਸੀ ਗੁਰੂ ਨਾਨਕ ਜਹਾਜ਼। ਕਾਮਾ ਗਾਟਾ ਮਾਰੂ ਜਹਾਜ਼ ਦੀ ਘਟਨਾ ਕਿਹੜੇ ਸਾਲ ਵਾਪਰੀ ਸੀਗੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ 1914 ਈਸਵੀ ਦੇ ਵਿੱਚ ਕਾਮਾ ਗਾਟਾ ਮਾਰੂ ਨਾਮ ਦੀ ਜਹਾਜ਼ ਦੀ ਜਿਹੜੀ ਘਟਨਾ ਸੀਗੀ ਉਹ ਵਾਪਰੀ ਸੀ। ਨੈਕਸਟ, ਲਾਲਾ ਲਾਜਪਤ ਰਾਏ ਦਾ ਜਨਮ ਕਿੱਥੇ ਹੋਇਆ ਸੀ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਮੋਗਾ। ਹਾਂਜੀ, ਮੋਗਾ ਦੇ ਨਾਲ ਇੱਕ ਪਿੰਡ ਪੈਂਦਾ ਟੂਡੀਕੇ, ਤਾਂ ਇੱਥੇ ਇਹਨਾਂ ਦਾ ਜਨਮ ਹੋਇਆ ਸੀਗਾ ਲਾਲਾ ਲਾਜਪਤ ਰਾਏ ਜੀ ਦਾ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਨੈਕਸਟ, ਲਾਲਾ ਲਾਜਪਤ ਰਾਏ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਉਪਰੋਕਤ ਦੋਨੋਂ। ਹਾਂਜੀ, ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਐਂਡ ਸ਼ੇਰੇ ਪੰਜਾਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਪੰਜਾਬ ਰਾਜ ਦਾ ਰਾਜ ਦਰਖਤ ਕਿਹੜਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਸ਼ੀਸ਼ਮ। ਹਾਂਜੀ, ਸ਼ੀਸ਼ਮ ਪੰਜਾਬ ਰਾਜ ਦਾ ਰਾਜ ਦਰਖਤ ਹੈ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਗਦਰ ਪਾਰਟੀ ਦੇ ਮੁੱਢੀ ਕੌਣ ਸਨ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਈ, ਯਾਨੀ ਕਿ ਸੋਹਣ ਸਿੰਘ ਪਕਣਾ। ਹਾਂਜੀ, ਗਦਰ ਪਾਰਟੀ ਦੇ ਮੋਢੀ ਕੌਣ ਸਨ? ਤਾਂ ਉੱਤਰ ਹੋ ਜਾਵੇਗਾ ਸੋਹਣ ਸਿੰਘ ਪਕਣਾ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਕਿੰਨੀ ਵਾਰ ਮੁੱਖ ਮੰਤਰੀ ਬਣੇ ਸਨ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ 5 ਵਾਰ। ਹਾਂਜੀ, ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਸਨ। ਮਹੀਵਾਲ ਸ਼ਬਦ ਦਾ ਅਰਥ ਕੀ ਹੈ? ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਮੱਝਾਂ ਚਾਰਨ ਵਾਲਾ। ਹਾਂਜੀ, ਮਹੀਵਾਲ ਸ਼ਬਦ ਦਾ ਅਰਥ ਹੁੰਦਾ ਹੈ ਮੱਝਾਂ ਚਾਰਨ ਵਾਲਾ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਖੇਤਰਫਲ ਦੇ ਪੱਖੋਂ ਪੰਜਾਬ ਦਾ ਭਾਰਤ ਵਿੱਚ ਕਿੰਨਵਾਂ ਰੈਂਕ ਹੈ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ 19ਵਾਂ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਲਾਸਟ ਤੁਸੀਂ ਹਰੇਕ ਵਿਦਿਆਰਥੀ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਮਾਰਕਸ ਜ਼ਰੂਰ ਮੈਂਸ਼ਨ ਕਰਨੇ ਹਨ, ਚਾਹੇ ਤੁਹਾਡੇ ਜਿੰਨੇ ਵੀ ਮਾਰਕਸ ਆਉਣ। ਹਾਂਜੀ, ਪੰਜਾਬ ਵਿੱਚ ਵਿਧਾਨ ਸਭਾ ਕਦੋਂ ਬਣਾਈ ਗਈ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ 1961 ਈਸਵੀ ਦੇ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਬਣਾਈ ਗਈ ਸੀ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਚਰਨਜੀਤ ਸਿੰਘ ਚੰਨੀ ਪੰਜਾਬ ਦੇ ਕਿੰਨਵੇਂ ਮੁੱਖ ਮੰਤਰੀ ਬਣੇ ਹਨ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ 16ਵੇਂ। ਹਾਂਜੀ, ਚਰਨਜੀਤ ਸਿੰਘ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣੇ ਹਨ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਕਦੋਂ ਹੋਈ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ
ਆਪਾਂ ਇਸ ਦਾ ਆਂਸਰ ਦੇਖ ਲੈਂਦੇ ਹਾਂ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। 22 ਜਨਵਰੀ 1950 ਨੂੰ ਸੰਵਿਧਾਨ ਸਭਾ ਦੀ ਆਖਰੀ ਮੀਟਿੰਗ ਹੋਈ ਸੀ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕਿਸ ਨੂੰ ਚੁਣਿਆ ਗਿਆ ਸੀਗਾ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਬੀ ਐਨ ਰਾਓ। ਹਾਂਜੀ, ਬੀ ਐਨ ਰਾਓ ਨੂੰ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਚੁਣਿਆ ਗਿਆ ਸੀ। ਨੈਕਸਟ, ਧਰਮ ਨਿਰਪੇਖ ਸ਼ਬਦ ਜੋ ਕਿ ਸੰਵਿਧਾਨ ਦਾ ਹਿੱਸਾ ਹੈ, ਇਸ ਨੂੰ ਕਦੋਂ ਸੰਵਿਧਾਨ ਵਿੱਚ ਜੋੜਿਆ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ 1976 ਈਸਵੀ ਵਿੱਚ ਧਰਮ ਨਿਰਪੇਖ ਨੂੰ ਸ਼ਬਦ ਜਿਹੜਾ ਹੈ ਤਾਂ ਇਸ ਨੂੰ ਸੰਵਿਧਾਨ ਵਿੱਚ ਜੋੜਿਆ ਗਿਆ ਸੀ। ਭਾਰਤ ਵਿੱਚ ਕਿਹੜੀ ਨਾਗਰਿਕਤਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਇੱਕ ਖੇਰੀ ਨਾਗਰਿਕਤਾ ਯਾਨੀ ਕਿ ਸਿੰਗਲ ਸਿਟੀਜ਼ਨਸ਼ਿਪ ਹੈ ਆਪਣੀ ਇੰਡੀਆ ਦੇ ਵਿੱਚ। ਨੈਕਸਟ, ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕਿੰਨੀ ਵਾਰ ਸੋਧ ਹੋ ਚੁੱਕੀ ਹੈ? ਤਾਂ ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਇੱਕ ਵਾਰ। ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕੇਵਲ ਇੱਕ ਵਾਰ ਸੋਧ ਹੋ ਚੁੱਕੀ ਹੈ। ਭਾਰਤ ਦੇ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ ਕਿਹੜੇ ਵਿਅਕਤੀ ਨੇ ਕਿਹਾ ਸੀਗਾ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਸਰ ਆਈਵਰ ਜਾਨੀਗਰ ਨੇ ਭਾਰਤ ਦੇ ਸੰਵਿਧਾਨ ਨੂੰ ਵਕੀਲਾਂ ਦਾ ਸਵਰਗ ਕਿਹਾ ਸੀਗਾ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। 42ਵੀਂ ਸੋਧ ਦੇ ਤਹਿਤ ਪ੍ਰਸਤਾਵਨਾ ਦੇ ਵਿੱਚ ਕਿਹੜਾ ਸ਼ਬਦ ਜੋੜਿਆ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਤਿੰਨੋਂ। ਸਮਾਜਵਾਦੀ ਵੀ, ਧਰਮ ਨਿਰਪੇਖ ਵੀ ਐਂਡ ਅਖੰਡਤਾ ਵੀ, ਇਹ ਤਿੰਨੋਂ ਹੀ ਸ਼ਬਦ 42ਵੀਂ ਅਮੈਂਡਮੈਂਟ ਦੇ ਤਹਿਤ ਪ੍ਰਸਤਾਵਨਾ ਦੇ ਵਿੱਚ ਜੋੜੇ ਗਏ ਸਨ। ਸੰਵਿਧਾਨ ਦੀ ਕਿਹੜੀ ਸੋਧ ਦੇ ਤਹਿਤ ਸੰਵਿਧਾਨ ਦੇ ਸੰਵਿਧਾਨ ਦੀ ਕਿਹੜੀ ਸੋਧ ਦੇ ਤਹਿਤ ਸੰਵਿਧਾਨ ਦੇ ਵਿੱਚ ਭਾਗ 9B ਜੋੜਿਆ ਗਿਆ ਸੀਗਾ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ 97 ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਪੰਜਾਬ ਵਿੱਚ ਵਿਧਾਨ ਪਰਿਸ਼ਦ ਨੂੰ ਕਦੋਂ ਖਤਮ ਕੀਤਾ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1970 ਈਸਵੀ ਵਿੱਚ ਪੰਜਾਬ ਵਿੱਚੋਂ ਵਿਧਾਨ ਪਰਿਸ਼ਦ ਨੂੰ ਖਤਮ ਕੀਤਾ ਗਿਆ ਸੀ। ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ 399। ਹਾਂਜੀ, ਸੰਵਿਧਾਨ ਸਭਾ ਦੇ ਕੁੱਲ ਕਿੰਨੇ ਮੈਂਬਰ ਸਨ? ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ 399। ਸੰਵਿਧਾਨ ਸਭਾ ਦਾ ਉਪ ਪ੍ਰਧਾਨ ਕਿਸ ਨੂੰ ਬਣਾਇਆ ਗਿਆ ਸੀਗਾ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ HC ਮੁਖਰਜੀ ਨੂੰ ਸੰਵਿਧਾਨ ਸਭਾ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਭਾਰਤ ਦੇ ਸੰਵਿਧਾਨ ਨੂੰ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ 26 ਜਨਵਰੀ 1950 ਈਸਵੀ ਨੂੰ ਭਾਰਤ ਦੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ। ਮੂਲ ਸੰਵਿਧਾਨ ਦੇ ਵਿੱਚ ਕੁੱਲ ਕਿੰਨੇ ਭਾਗ ਸਨ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ 22। ਹਾਂਜੀ, ਮੂਲ ਸੰਵਿਧਾਨ ਦੇ ਵਿੱਚ ਕੁੱਲ ਕਿੰਨੇ ਭਾਗ ਸਨ? ਆਪਸ਼ਨ ਨੰਬਰ ਏ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋ ਜਾਵੇਗਾ 22। ਭਾਰਤ ਦੇ ਰਾਸ਼ਟਰੀ ਗਾਨ ਜਨ ਗਣ ਮਨ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਦੋਂ ਕੀਤਾ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ 1919 ਈਸਵੀ ਦੇ ਵਿੱਚ ਭਾਰਤ ਦਾ ਜਿਹੜਾ ਰਾਸ਼ਟਰੀ ਗਾਣਾ ਹੈ ਜਨ ਗਣ ਮਨ ਦਾ ਇਸ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਗਿਆ ਸੀ। ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਦਰਜਾ ਕਦੋਂ ਦਿੱਤਾ ਗਿਆ ਸੀਗਾ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ 1905 ਈਸਵੀ ਦੇ ਵਿੱਚ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਦਰਜਾ ਕੀਤਾ ਗਿਆ ਸੀ। ਵੰਦੇ ਮਾਤਰਮ ਗੀਤ ਦਾ ਉਰਦੂ ਵਿੱਚ ਅਨੁਵਾਦ ਕਦੋਂ ਕੀਤਾ ਗਿਆ ਸੀ? ਕਿਸ ਨੇ ਕੀਤਾ ਸੀ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਅਰੀਫ ਮੁਹੰਮਦ ਖਾਨ ਨੇ ਵੰਦੇ ਮਾਤਰਮ ਜਿਹੜਾ ਗੀਤ ਹੈ ਤਾਂ ਇਸ ਦਾ ਉਰਦੂ ਵਿੱਚ ਅਨੁਵਾਦ ਕੀਤਾ ਗਿਆ ਸੀ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਭਾਰਤ ਸਰਕਾਰ ਵੱਲੋਂ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਕਦੋਂ ਘੋਸ਼ਿਤ ਕੀਤਾ ਗਿਆ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ 26 ਜਨਵਰੀ 1963 ਈਸਵੀ ਨੂੰ ਭਾਰਤ ਸਰਕਾਰ ਵੱਲੋਂ ਮੋਰ ਨੂੰ ਭਾਰਤ ਦਾ ਰਾਸ਼ਟਰੀ ਪੰਛੀ ਘੋਸ਼ਿਤ ਕੀਤਾ ਗਿਆ ਸੀ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਭਾਰਤ ਸਰਕਾਰ ਵੱਲੋਂ ਹਾਥੀ ਨੂੰ ਭਾਰਤ ਦਾ ਰਾਸ਼ਟਰੀ ਵਿਰਾਸਤ ਪਸ਼ੂ ਕਦੋਂ ਘੋਸ਼ਿਤ ਕੀਤਾ ਗਿਆ ਸੀ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਏ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। 21 ਅਕਤੂਬਰ 2010 ਈਸਵੀ ਨੂੰ ਭਾਰਤ ਸਰਕਾਰ ਵੱਲੋਂ ਹਾਥੀ ਨੂੰ ਭਾਰਤ ਦਾ ਰਾਸ਼ਟਰੀ ਵਿਰਾਸਤ ਪਸ਼ੂ ਘੋਸ਼ਿਤ ਕੀਤਾ ਗਿਆ ਸੀ। ਭਾਰਤ ਦਾ ਰਾਸ਼ਟਰੀ ਦਿਵਸ ਕਿਹੜਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ ਯਾਨੀ ਕਿ ਉਪਰੋਕਤ ਸਾਰੇ। 15 ਅਗਸਤ ਵੀ, 26 ਜਨਵਰੀ ਵੀ ਐਂਡ 2 ਅਕਤੂਬਰ ਵੀ, ਇਹ ਸਾਰੇ ਹੀ ਭਾਰਤ ਦੇ ਰਾਸ਼ਟਰੀ ਦਿਵਸ ਹਨ। ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਕਮਲ। ਹਾਂਜੀ, ਭਾਰਤ ਦਾ ਰਾਸ਼ਟਰੀ ਫੁੱਲ ਕਿਹੜਾ ਹੈ? ਕਮਲ ਦਾ ਫੁੱਲ। ਏ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦਾ ਵਿਗਿਆਨਿਕ ਨਾਮ ਕੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਪਾਵੋ ਕ੍ਰਿਸਟੇਟਸ। ਹਾਂਜੀ, ਪਾਵੋ ਕ੍ਰਿਸਟੇਟਸ ਜਿਹੜਾ ਹੈ ਤਾਂ ਇਹ ਮੋਰ ਜਿਹੜਾ ਪੰਛੀ ਹੈ ਤਾਂ ਇਸ ਦਾ ਵਿਗਿਆਨਿਕ ਨਾਮ ਹੈ। ਅਸ਼ੋਕ ਚੱਕਰ ਦੇ ਵਿੱਚ ਕੁੱਲ ਤੀਲੀਆਂ ਦੀ ਗਿਣਤੀ 24 ਹੈ। ਇਹਨਾਂ ਦਾ ਰੰਗ ਕਿਹੜਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਨੀਲਾ। ਹਾਂਜੀ, ਇਹਨਾਂ ਦਾ ਕਲਰ ਹੈ ਨੀਲਾ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖੀ ਸਰੀਰ ਦੇ ਕਿਹੜੇ ਅੰਗ ਨੂੰ ਰਸਾਇਣਿਕ ਕਾਰਖਾਨਾ ਵੀ ਕਿਹਾ ਜਾਂਦਾ ਹੈ? ਲੀਵਰ, ਗੁਰਦੇ, ਫੇਫੜੇ ਜਾਂ ਦਿਲ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਲੀਵਰ। ਹਾਂਜੀ, ਲੀਵਰ ਨੂੰ ਮਨੁੱਖੀ ਸਰੀਰ ਦੇ ਵਿੱਚ ਰਸਾਇਣਿਕ ਕਾਰਖਾਨਾ ਵੀ ਕਿਹਾ ਜਾਂਦਾ ਹੈ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਗੁਰਦੇ। ਆਪਣੇ ਕੋਲ ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਕਿ ਮਨੁੱਖੀ ਸਰੀਰ ਦੇ ਵਿੱਚ ਕਿਹੜੇ ਅੰਗ ਨੂੰ ਰਸਾਇਣਿਕ ਕਾਰਖਾਨਾ ਕਿਹਾ ਜਾਂਦਾ ਹੈ? ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਗੁਰਦੇ।
ਨੈਕਸਟ, ਸਰੀਰ ਵਿੱਚ ਕੈਲਸ਼ੀਅਮ ਆਕਜ਼ੇਟ ਦੀ ਮਾਤਰਾ ਹੋਣ ਕਰਕੇ ਕੀ ਹੋ ਸਕਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਪੱਥਰੀ। ਹਾਂਜੀ, ਆਪਣੇ ਸਰੀਰ ਦੇ ਵਿੱਚ ਸਟੋਨ ਬਣ ਸਕਦੀ, ਯਾਨੀ ਕਿ ਪੱਥਰੀ। ਮਨੁੱਖ ਵਿੱਚ ਖੂਨ ਦੀ ਮਾਤਰਾ ਕੁੱਲ ਭਾਰ ਦਾ ਕਿੰਨੇ ਪ੍ਰਤੀਸ਼ਤ ਹੁੰਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ 7%। ਹਾਂਜੀ, ਮਨੁੱਖ ਦੇ ਵਿੱਚ ਖੂਨ ਦੀ ਮਾਤਰਾ ਕੁੱਲ ਭਾਰ ਦਾ ਕਿੰਨੇ ਪ੍ਰਤੀਸ਼ਤ ਹੈ? ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ 7%। ਖੂਨ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਕੀ ਹੋਵੇਗਾ? ਆਪਾਂ ਆਂਸਰ ਦੇਖ ਲੈਂਦੇ ਹਾਂ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਹੀਮੋਪੋਇਸਿਸ। ਹਾਂਜੀ, ਖੂਨ ਦੇ ਨਿਰਮਾਣ ਦੀ ਪ੍ਰਕਿਰਿਆ ਨਾਮ ਦਿੱਤਾ ਜਾਂਦਾ ਹੈ ਹੀਮੋਪੋਇਸਿਸ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। RBC ਵਿੱਚੋਂ ਖੂਨ ਨੂੰ ਕੱਢਣ ਤੋਂ ਬਾਅਦ ਉਸ ਵਿੱਚ ਕੀ ਬਚਦਾ ਹੈ? ਸੀਰਮ, ਪਲਾਜ਼ਮਾ, ਪਾਣੀ ਜਾਂ ਉਪਰੋਕਤ ਸਾਰੇ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਪਲਾਜ਼ਮਾ। ਹਾਂਜੀ, RBC ਦੇ ਵਿੱਚੋਂ ਯਾਨੀ ਕਿ ਰੈੱਡ ਬਲੱਡ ਜਿਹੜੇ ਸੈੱਲ ਹੁੰਦੇ ਹਨ ਤਾਂ ਇਹਨਾਂ ਦੇ ਵਿੱਚੋਂ ਖੂਨ ਨੂੰ ਕੱਢਣ ਤੋਂ ਬਾਅਦ ਉਸ ਵਿੱਚ ਬਚਦਾ ਹੈ ਪਲਾਜ਼ਮਾ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। RBC ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਐਂਟੋਨੀ ਲੂਵੇਨ ਹੌਕ ਦੁਆਰਾ RBC ਦੀ ਖੋਜ ਕੀਤੀ ਗਈ ਸੀ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਪਲਾਜ਼ਮਾ ਦਾ ਪੀਲਾ ਰੰਗ ਕਿਸ ਦੇ ਕਾਰਨ ਹੁੰਦਾ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਬਿਲੀਰੂਬਿਨ। ਹਾਂਜੀ, ਬਿਲੀਰੂਬਿਨ ਨਾਮ ਦਾ ਇੱਕ ਪਿਗਮੈਂਟ ਹੁੰਦਾ ਹੈ ਤਾਂ ਉਹ ਪਲਾਜ਼ਮਾ ਦੇ ਵਿੱਚ ਪਾਇਆ ਜਾਂਦਾ, ਇਸ ਕਰਕੇ ਪਲਾਜ਼ਮਾ ਦਾ ਰੰਗ ਜਿਹੜਾ ਹੁੰਦਾ ਹੈ ਉਹ ਪੀਲਾ ਹੁੰਦਾ ਹੈ। ਨੈਕਸਟ, ਨੀਂਦ ਦੇ ਸਮੇਂ RBC ਦੀ ਮਾਤਰਾ ਵਿੱਚ ਕੀ ਫਰਕ ਪੈਂਦਾ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ RBC ਘੱਟ ਹੋ ਜਾਂਦੇ ਹਨ ਨੀਂਦ ਦੀ ਮਾਤਰਾ ਸਮੇਂ। ਜਦੋਂ ਆਪਾਂ ਨੀਂਦ ਲਵੇਗਾ ਤਾਂ ਉਸ ਸਮੇਂ RBC ਦੀ ਮਾਤਰਾ ਜਿਹੜੀ ਹੁੰਦੀ ਹੈ ਘੱਟ ਹੋ ਜਾਂਦੀ ਹੈ। ਨੈਕਸਟ ਆਪਾਂ ਦੇਖਦੇ ਹਾਂ ਜੀ, ਮਨੁੱਖੀ ਅੱਖ ਦੇ ਕਿਹੜੇ ਹਿੱਸੇ ਵਿੱਚ ਖੂਨ ਨਹੀਂ ਹੁੰਦਾ? ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਕੋਰਨੀਆ। ਹਾਂਜੀ, ਮਨੁੱਖੀ ਅੱਖ ਦਾ ਜਿਹੜਾ ਕੋਰਨੀਆ ਭਾਗ ਹੁੰਦਾ ਹੈ ਤਾਂ ਇਸ ਦੇ ਵਿੱਚ ਖੂਨ ਨਹੀਂ ਹੁੰਦਾ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖ ਦੇ ਵਿੱਚ WBC ਦੇ ਵਧਣ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਖੂਨ ਦਾ ਕੈਂਸਰ। ਹਾਂਜੀ, ਬਲੱਡ ਕੈਂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ WBC ਦੇ ਵਧਣ ਦੀ ਪ੍ਰਕਿਰਿਆ ਨੂੰ। ਹਾਂਜੀ, ਪਲੇਟਲੈਟਸ ਦਾ ਵਿਗਿਆਨਿਕ ਨਾਮ ਕੀ ਹੁੰਦਾ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਥ੍ਰੰਬੋਸਾਈਟ। ਹਾਂਜੀ, ਪਲੇਟਲੈਟਸ ਜਿਹੜੇ ਹੁੰਦੇ ਹਨ ਤਾਂ ਉਹਨਾਂ ਦਾ ਵਿਗਿਆਨਿਕ ਨਾਮ ਹੁੰਦਾ ਹੈ ਥ੍ਰੰਬੋਸਾਈਟ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਪਲੇਟਲੈਟਸ ਦਾ ਜੀਵਨ ਕਾਲ ਕਿੰਨਾ ਹੁੰਦਾ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ 8 ਤੋਂ 10 ਦਿਨ ਪਲੇਟਲੈਟਸ ਜਿਹੜੇ ਹੁੰਦੇ ਹਨ ਤਾਂ ਇਹਨਾਂ ਦਾ ਜੀਵਨ ਕਾਲ ਹੁੰਦਾ ਹੈ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਹੱਡੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਕਿਹੜੇ ਟੈਸਟ ਰਾਹੀਂ ਪਤਾ ਕੀਤੀ ਜਾਂਦੀ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ BMD। ਹਾਂਜੀ, BMD ਇੱਕ ਟੈਸਟ ਹੁੰਦਾ ਹੈ ਜਿਸ ਦੀ ਵਰਤੋਂ ਕੀਤੀ ਜਾਂਦੀ ਹੈ ਹੱਡੀਆਂ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਪਤਾ ਕਰਨ ਲਈ। ਨੈਕਸਟ ਆਪਾਂ ਦੇਖਦੇ ਹਾਂ। ਹਾਂਜੀ, ਮਨੁੱਖ ਦੀ ਖੋਪੜੀ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ 29। ਹਾਂਜੀ, ਮਨੁੱਖ ਦੀ ਜਿਹੜੀ ਖੋਪੜੀ ਹੁੰਦੀ ਤਾਂ ਉਸ ਦੇ ਵਿੱਚ ਕੁੱਲ ਹੱਡੀਆਂ ਦੀ ਗਿਣਤੀ ਹੁੰਦੀ ਹੈ 29। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖੀ ਸਰੀਰ ਦੀ ਕਿਹੜੀ ਹੱਡੀ ਕਿਸੇ ਹੋਰ ਹੱਡੀ ਨਾਲ ਨਹੀਂ ਜੁੜੀ ਹੁੰਦੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਹਾਈਓਡ। ਹਾਂਜੀ, ਹਾਈਓਡ ਨਾਮ ਦੀ ਇੱਕ ਹੱਡੀ ਹੁੰਦੀ ਹੈ ਜੋ ਕਿ ਕਿਸੇ ਹੋਰ ਹੱਡੀ ਨਾਲ ਨਹੀਂ ਜੁੜੀ ਹੁੰਦੀ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਗੰਦੇ ਲਿਨਨ ਨੂੰ ਕੌਣ ਬਦਲਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਵਾਰਡ ਅਟੈਂਡੈਂਟ। ਹਾਂਜੀ, ਗੰਦੇ ਲਿਨਨ ਨੂੰ ਕੌਣ ਬਦਲਦਾ ਹੈ? ਵਾਰਡ ਅਟੈਂਡੈਂਟ ਬਦਲਦਾ ਹੈ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋ ਜਾਵੇਗਾ। ਹਾਂਜੀ, ਵਾਰਡ ਅਟੈਂਡੈਂਟ ਨੂੰ ਸਵੇਰ ਦਾ ਪੋਚਾ ਕਦੋਂ ਤੱਕ ਫਿਰਨਾ ਜ਼ਰੂਰੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਸਵੇਰੇ 9 ਵਜੇ। ਨੈਕਸਟ, ਇੱਕ ਵਾਰਡ ਵਿੱਚ ਵੱਧ ਤੋਂ ਵੱਧ ਕਿੰਨਾ ਤਾਪਮਾਨ ਹੋਣਾ ਚਾਹੀਦਾ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ 18 ਤੋਂ 20 ਡਿਗਰੀ ਦੇ ਵਿਚਕਾਰ ਇੱਕ ਵਾਰਡ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਹੋ ਸਕਦਾ ਹੈ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਰਿਗਜ਼ ਵਾਰਡ ਪਹਿਲੀ ਵਾਰ ਕਦੋਂ ਬਣਾਇਆ ਗਿਆ ਸੀਗਾ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ 1910 ਈਸਵੀ ਦੇ ਵਿੱਚ ਰਿਗਜ਼ ਵਾਰਡ ਬਣਾਇਆ ਗਿਆ ਸੀਗਾ ਪਹਿਲੀ ਵਾਰ। ਇਹ ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਇੱਕ ਬੈੱਡ ਦੀ ਕਿਸਮ ਨਹੀਂ ਹੈ? ਤਾਂ ਆਪਾਂ ਇਸ ਦਾ ਆਂਸਰ ਦੇਖਦੇ ਹਾਂ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਪਾਰਡੀਅਕ ਬੈੱਡ। ਜੀ, ਜੋ ਪਾਰਡੀਅਕ ਨਾਮ ਦਾ ਬੈੱਡ ਕੋਈ ਵੀ ਨਹੀਂ ਹੁੰਦਾ। ਕੰਬਲ ਬੈੱਡ ਹੁੰਦਾ ਹੈ, ਕਾਰਡਿਕ ਬੈੱਡ ਹੁੰਦਾ ਹੈ ਐਂਡ ਦਾਖਲਾ ਬੈੱਡ ਵੀ ਹੁੰਦਾ ਹੈ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਇੱਕ ਹਸਪਤਾਲ ਦੇ ਵਿੱਚ ਕਿਹੜਾ ਵਾਰਡ ਅਟੈਂਡੈਂਟ ਦਾ ਕੰਮ ਹੈ? ਮਰੀਜ਼ ਨੂੰ ਇਸ਼ਨਾਨ ਕਰਵਾਉਣਾ, ਖਾਣਾ ਖਵਾਉਣਾ, ਨਿੱਜੀ ਸੁਰੱਖਿਆ ਪ੍ਰਦਾਨ ਕਰਾਉਣਾ ਜਾਂ ਉਪਰੋਕਤ ਸਾਰੇ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ। ਇਹ ਸਾਰੇ ਹੀ ਕੰਮ ਵਾਰਡ ਅਟੈਂਡੈਂਟ ਦੇ ਹੁੰਦੇ ਹਨ। ਨੈਕਸਟ, TB ਦੇ ਪਹਿਚਾਣ ਕੀਤੀ ਜਾਂਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਏ ਅਤੇ ਬੀ ਦੋਨੋਂ, ਯਾਨੀ ਕਿ ਛਾਤੀ ਦੇ ਐਕਸਰੇ ਦੁਆਰਾ ਐਂਡ ਬਲਗਮ ਦੇ ਟੈਸਟ ਦੁਆਰਾ TB ਦੀ ਪਹਿਚਾਣ ਕੀਤੀ ਜਾਂਦੀ ਹੈ। ਹਾਂਜੀ, ਹੇਠ ਲਿਖਿਆਂ ਦੇ ਵਿੱਚੋਂ ਸਫਿਗਨੋਮੈਨੋਮੀਟਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?
ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਬੀਪੀ ਪਤਾ ਕਰਨ ਲਈ। ਜੀ ਬੀਪੀ ਪਤਾ ਕਰਨ ਲਈ ਸਫਿਗਨੋਮੈਨੋਮੀਟਰ ਇੱਕ ਯੰਤਰ ਹੁੰਦਾ ਹੈ, ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਾਹ ਦੀ ਬਿਮਾਰੀ ਨਾਲ ਸੰਬੰਧਿਤ ਨਹੀਂ ਹੈ? ਜੀ ਇਹਨਾਂ ਵਿੱਚ ਕਿਹੜਾ ਰੋਗ ਸਾਹ ਦੀ ਬਿਮਾਰੀ ਨਾਲ ਸੰਬੰਧਿਤ ਨਹੀਂ ਹੈ? ਟੀਬੀ, ਕੈਂਸਰ, ਕਾਲੀ ਖੰਘ ਜਾਂ ਨਿਮੋਨੀਆ। ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਕੈਂਸਰ। ਹਾਂਜੀ, ਕੈਂਸਰ ਸਾਹ ਦੀ ਬਿਮਾਰੀ ਨਾਲ ਸੰਬੰਧਿਤ ਨਹੀਂ ਹੈ, ਬਾਕੀ ਆਪਣੇ ਕੋਲ ਸਾਰੇ ਹੀ ਸਾਹ ਦੀ ਬਿਮਾਰੀ ਨਾਲ ਸੰਬੰਧਿਤ ਰੋਗ ਹਨ। ਇੱਕ ਸਿਹਤਮੰਦ ਵਿਅਕਤੀ ਦੀ ਨਾੜੀ ਦੀ ਗਤੀ ਕਿੰਨੀ ਹੁੰਦੀ ਹੈ? ਤਾਂ ਇਸ ਦਾ ਆਪਣੇ ਕੋਲ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ 60 ਤੋਂ 100 ਵਾਰ ਪ੍ਰਤੀ ਮਿੰਟ। ਹਾਂਜੀ, ਇੱਕ ਸਿਹਤਮੰਦ ਵਿਅਕਤੀ ਦੀ ਨਾੜੀ ਦੀ ਗਤੀ ਹੁੰਦੀ ਹੈ 60 ਤੋਂ 100 ਵਾਰ ਪ੍ਰਤੀ ਮਿੰਟ। ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਦਰਦ ਦੀ ਇੱਕ ਕਿਸਮ ਹੈ? ਤਿੱਖਾ ਦਰਦ, ਕ੍ਰਿਸ਼ਿੰਗ ਦਰਦ, ਕੜਵੱਲ ਦਰਦ ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ। ਜੀ ਇਹ ਸਾਰੇ ਆਪਣੇ ਕੋਲ ਦਰਦ ਦੀ ਕਿਸਮਾਂ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਵਿਸ਼ਵ ਸਿਹਤ ਦਿਵਸ ਕਦੋਂ ਮਨਾਇਆ ਜਾਂਦਾ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ 7 ਅਪ੍ਰੈਲ। ਹਾਂਜੀ, 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖ ਦੀਆਂ ਮਾਸਪੇਸ਼ੀਆਂ ਦਾ ਰੰਗ ਕਿਹੋ ਜਿਹਾ ਹੁੰਦਾ ਹੈ? ਕਾਲਾ, ਨੀਲਾ, ਗੁਲਾਬੀ ਜਾਂ ਲਾਲ। ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਲਾਲ। ਹਾਂਜੀ, ਮਨੁੱਖ ਦੀ ਜਿਹੜੀ ਮਾਸਪੇਸ਼ੀਆਂ ਹੁੰਦੀਆਂ ਹਨ ਤਾਂ ਉਹਨਾਂ ਦਾ ਕਲਰ ਹੁੰਦਾ ਹੈ ਰੈੱਡ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਹਸਪਤਾਲ ਦੇ ਵਿੱਚ ਦੇਖਭਾਲ ਕੀ ਮਹੱਤਵਪੂਰਨ ਹੁੰਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਰੋਗੀ ਨੂੰ ਸਰੀਰਕ ਆਰਾਮ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਨੈਕਸਟ ਆਪਾਂ ਦੇਖਦੇ ਹਾਂ ਜੀ, ਨਿੱਜੀ ਡਿਊਟੀ ਨਰਸਿੰਗ ਦੇਖਭਾਲ ਵਿੱਚ ਕੀ ਸ਼ਾਮਿਲ ਹੁੰਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਉਪਰੋਕਤ ਸਾਰੇ। ਦਿਮਾਗੀ ਸੱਟ ਦੀ ਦੇਖਭਾਲ, ਵੈਂਟੀਲੇਟਰ ਦੇਖਭਾਲ ਪਲੱਸ ਜੀਵਨ ਦੇ ਨਿਸ਼ਾਨਾਂ ਦੀ ਨਿਗਰਾਨੀ। ਤਾਂ ਇਹ ਸਾਰੇ ਹੀ ਨਿੱਜੀ ਡਿਊਟੀ ਨਰਸਿੰਗ ਦੇਖਭਾਲ ਵਿੱਚ ਸ਼ਾਮਿਲ ਹੁੰਦੇ ਹਨ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ? ਤਾਂ ਇੱਥੇ ਆਪਣੇ ਕੋਲ ਅੰਗ ਦੀ ਗੱਲ ਕੀਤੀ ਗਈ ਹੈ। ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਚਮੜੀ। ਹਾਂਜੀ, ਸਰੀਰ ਦਾ ਸਭ ਤੋਂ ਵੱਡਾ ਅੰਗ ਹੁੰਦਾ ਹੈ ਬੀ, ਯਾਨੀ ਕਿ ਚਮੜੀ। ਵਾਲਾਂ ਦੇ ਵਿੱਚ ਕਿਹੜਾ ਪ੍ਰੋਟੀਨ ਪਾਇਆ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਕੈਰੋਟੀਨ। ਹਾਂਜੀ, ਵਾਲਾਂ ਦੇ ਵਿੱਚ ਕਿਹੜਾ ਪ੍ਰੋਟੀਨ ਪਾਇਆ ਜਾਂਦਾ ਹੈ? ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਕੈਰੋਟੀਨ। ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਬਿਮਾਰੀ ਮੁਰਗਾ ਮੁਰਗੀ ਤੋਂ ਫੈਲਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਬਰਡ ਫਲੂ। ਹਾਂਜੀ, ਬਰਡ ਫਲੂ ਨਾਮ ਦੀ ਜਿਹੜੀ ਬਿਮਾਰੀ ਹੈ ਤਾਂ ਇਹ ਜਿਹੜੇ ਕੁੱਕੜ ਜਾਤੀ ਦੇ ਹੁੰਦੇ ਹਨ ਤਾਂ ਉਹਨਾਂ ਤੋਂ ਫੈਲਦੀ ਹੈ, ਯਾਨੀ ਕਿ ਮੁਰਗਾ ਮੁਰਗੀ ਤੋਂ ਫੈਲ ਸਕਦੀ ਹੈ। ਸਵਾਈਨ ਫਲੂ ਬਿਮਾਰੀ ਕਿਹੜੇ ਜਾਨਵਰ ਤੋਂ ਫੈਲਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਸੂਰ ਤੋਂ। ਹਾਂਜੀ, ਸਵਾਈਨ ਫਲੂ ਨਾਮ ਦੀ ਬਿਮਾਰੀ ਸੂਰ ਤੋਂ ਫੈਲਦੀ ਹੈ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਹਾਂਜੀ, ਸਾਰਸ ਨਾਮ ਦੇ ਵਾਇਰਸ ਦੀ ਸ਼ੁਰੂਆਤ ਕਿਹੜੇ ਦੇਸ਼ ਤੋਂ ਹੋਈ ਸੀ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਚੀਨ। ਹਾਂਜੀ, ਸਾਰਸ ਨਾਮ ਦਾ ਜਿਹੜਾ ਵਾਇਰਸ ਹੈ ਇਸ ਦੀ ਸ਼ੁਰੂਆਤ ਹੋਈ ਸੀਗੀ ਚੀਨ ਦੇਸ਼ ਤੋਂ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋ ਜਾਵੇਗਾ। ਪਲਾਜ਼ਮਾ ਦਾ ਰੰਗ ਕਿਹੋ ਜਿਹਾ ਹੁੰਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਪੀਲਾ। ਹਾਂਜੀ, ਪਲਾਜ਼ਮਾ ਦਾ ਕਲਰ ਕਿਹੋ ਜਿਹਾ ਹੁੰਦਾ ਹੈ? ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਪੀਲਾ। ਹਾਂਜੀ, ਬੋਡੀਗਾਰਡ ਆਫ ਸੈੱਲ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ WBC। ਹਾਂਜੀ, ਵਾਈਟ ਬਲੱਡ ਸੈੱਲ ਨੂੰ ਬੋਡੀਗਾਰਡ ਆਫ ਸੈੱਲ ਵੀ ਕਿਹਾ ਜਾਂਦਾ ਹੈ। ਹਾਂਜੀ, ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਬਿਮਾਰੀ ਪਲੇਟਲੈਟਸ ਦੀ ਕਮੀ ਕਾਰਨ ਹੁੰਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਹੀਮੋਫੀਲੀਆ। ਹਾਂਜੀ, ਹੀਮੋਫੀਲੀਆ ਨਾਮ ਦੀ ਜਿਹੜੀ ਬਿਮਾਰੀ ਹੈ ਇਹ ਪਲੇਟਲੈਟਸ ਦੀ ਕਮੀ ਕਾਰਨ ਹੁੰਦੀ ਹੈ। ਮਨੁੱਖੀ ਦਿਮਾਗ ਦਾ ਕਿਹੜਾ ਭਾਗ ਬੋਲਣ ਦਾ ਸੰਕੇਤ ਦਿੰਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਸੈਰੇਬੈਲਮ। ਹਾਂਜੀ, ਸੈਰੇਬੈਲਮ ਜਿਹੜਾ ਮਨੁੱਖੀ ਦਿਮਾਗ ਦਾ ਭਾਗ ਹੈ ਤਾਂ ਇਹ ਆਪਾਂ ਨੂੰ ਬੋਲਣ ਦਾ ਸੰਕੇਤ ਦਿੰਦਾ ਹੈ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖ ਦੇ ਇੱਕ ਹੱਥ ਦੀਆਂ ਹੱਡੀਆਂ ਦੀ ਗਿਣਤੀ ਕਿੰਨੀ ਹੁੰਦੀ ਹੈ? ਤਾਂ ਇੱਥੇ ਆਪਣੇ ਕੋਲ ਇੱਕ ਹੱਥ ਦੀ ਗੱਲ ਕੀਤੀ ਗਈ ਹੈ। ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ 32। ਹਾਂਜੀ, ਮਨੁੱਖ ਦੇ ਇੱਕ ਹੱਥ ਵਿੱਚ ਹੱਡੀਆਂ ਦੀ ਗਿਣਤੀ ਹੁੰਦੀ ਹੈ 32। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋ ਜਾਵੇਗਾ। ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਹੱਡੀ ਕਿਹੜੀ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ, ਯਾਨੀ ਕਿ ਫੀਮਰ। ਹਾਂਜੀ, ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਹੱਡੀ ਹੁੰਦੀ ਹੈ ਫੀਮਰ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖੀ ਸਰੀਰ ਦੀ ਸਭ ਤੋਂ ਪਤਲੀ ਹੱਡੀ ਕਿਹੜੀ ਹੁੰਦੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ, ਯਾਨੀ ਕਿ ਫੀਬੁਲਾ। ਹਾਂਜੀ, ਮਨੁੱਖੀ ਸਰੀਰ ਦੀ ਸਭ ਤੋਂ ਪਤਲੀ ਹੱਡੀ ਹੁੰਦੀ ਹੈ ਫੀਬੁਲਾ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਪ੍ਰੋਟੀਨ ਕਿਹੜਾ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਸੀ, ਯਾਨੀ ਕਿ ਕੋਲਾਜਨ। ਹਾਂਜੀ, ਕੋਲਾਜਨ ਨਾਮ ਦਾ ਇੱਕ ਪ੍ਰੋਟੀਨ ਹੁੰਦਾ ਹੈ ਜੋ ਕਿ ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਧ ਪਾਇਆ ਜਾਣ ਵਾਲਾ ਪ੍ਰੋਟੀਨ ਹੈ। ਸੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਵਿਟਾਮਿਨ B2 ਦਾ ਰਸਾਇਣਿਕ ਨਾਮ ਕੀ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਡੀ, ਯਾਨੀ ਕਿ ਰੀਬੋਫਲਾਰਿਨ। ਹਾਂਜੀ, ਵਿਟਾਮਿਨ B2 ਦਾ ਰਸਾਇਣਿਕ ਨਾਮ ਹੈ ਰੀਬੋਫਲਾਰਿਨ। ਡੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਹਾਂਜੀ, ਥਾਈਮਸ ਨਾਮ ਦੀ ਜਿਹੜੀ ਗ੍ਰੰਥੀ ਹੈ ਕਿੱਥੇ ਪਾਈ ਜਾਂਦੀ ਹੈ?
ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ ਛਾਤੀ ਦੇ ਵਿੱਚ। ਹਾਂਜੀ, ਥਾਈਮਸ ਨਾਮ ਦੀ ਜਿਹੜੀ ਗ੍ਰੰਥੀ ਹੈ ਇਹ ਆਪਣੀ ਛਾਤੀ ਦੇ ਵਿੱਚ ਪਾਈ ਜਾਂਦੀ ਹੈ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਕਿਹੜੇ ਹਾਰਮੋਨ ਨੂੰ ਲਵ ਹਾਰਮੋਨ ਵੀ ਕਿਹਾ ਜਾਂਦਾ ਹੈ? ਹਾਂਜੀ, ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ ਐਕਸੀਟੋਸਿਨ। ਹਾਂਜੀ, ਐਕਸੀਟੋਸਿਨ ਨਾਮ ਦਾ ਜਿਹੜਾ ਹਾਰਮੋਨ ਹੁੰਦਾ ਹੈ ਤਾਂ ਇਸ ਨੂੰ ਲਵ ਹਾਰਮੋਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਮਨੁੱਖੀ ਦਿਲ ਦਾ ਭਾਰ ਕਿੰਨਾ ਹੁੰਦਾ ਹੈ? ਲਗਭਗ ਦੀ ਇੱਥੇ ਆਪਣੇ ਕੋਲ ਗੱਲ ਕੀਤੀ ਗਈ ਹੈ। ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਏ ਯਾਨੀ ਕਿ 300 ਗ੍ਰਾਮ। ਹਾਂਜੀ, ਮਨੁੱਖੀ ਦਿਲ ਦਾ ਭਾਰ ਹੁੰਦਾ ਹੈ 300 ਗ੍ਰਾਮ। ਇਹ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਸੋ ਵੀਡੀਓ ਦਾ ਲਾਸਟ ਪ੍ਰਸ਼ਨ ਦੇਖਦੇ ਹਾਂ ਜੀ, ਸੈੱਲ ਦੇ ਅਧਿਐਨ ਨੂੰ ਕੀ ਨਾਮ ਦਿੱਤਾ ਜਾਂਦਾ ਹੈ? ਤਾਂ ਇਸ ਦਾ ਆਪਣੇ ਕੋਲ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ ਬੀ ਯਾਨੀ ਕਿ ਸਾਈਟੋਲੋਜੀ। ਹਾਂਜੀ, ਸੈੱਲ ਦੇ ਅਧਿਐਨ ਨੂੰ ਨਾਮ ਦਿੱਤਾ ਜਾਂਦਾ ਹੈ ਸਾਈਟੋਲੋਜੀ। ਬੀ ਇਸ ਦਾ ਬਿਲਕੁਲ ਰਾਈਟ ਆਪਸ਼ਨ ਹੋਵੇਗਾ। ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ। ਸੋ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁਲ ਲੱਗੀ ਹੋਵੇਗੀ। ਸੋ ਰਿਕੁਐਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਅੱਗੇ ਆਪਾਂ ਇਸ ਸੀਰੀਜ਼ ਨੂੰ ਕੰਟੀਨਿਊ ਰੱਖ ਸਕੀਏ। ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਵਾਰਡ ਅਟੈਂਡੈਂਟ ਦਾ ਐਗਜ਼ਾਮ ਹੈ ਬਹੁਤ ਹੀ ਨਜ਼ਦੀਕ ਆ ਚੁੱਕਿਆ ਹੈ, ਯਾਨੀ ਕਿ 14 ਨਵੰਬਰ ਨੂੰ ਵਾਰਡ ਅਟੈਂਡੈਂਟ ਦਾ ਜਿਹੜਾ ਐਗਜ਼ਾਮ ਹੈ ਤਾਂ ਉਹ ਲਿਆ ਜਾਵੇਗਾ। ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ, ਯਾਨੀ ਕਿ ਇਹ ਵੀਡੀਓ 10,000 ਪਲੱਸ ਵਿਊ ਲੈ ਜਾਂਦੀ ਹੈ, ਤਾਂ ਫਿਰ ਆਪਾਂ ਅੱਗੇ ਇੱਕ ਹੋਰ ਮੌਕ ਟੈਸਟ ਜ਼ਰੂਰ ਤੁਹਾਨੂੰ ਕਵਰ ਕਰਵਾਵਾਂਗੇ। ਇਸ ਤੋਂ ਇਲਾਵਾ ਹਰੇਕ ਵਿਦਿਆਰਥੀ ਨੇ ਆਪਣੇ ਆਪਣੇ ਮਾਰਕਸ ਕਮੈਂਟ ਬਾਕਸ ਦੇ ਵਿੱਚ ਆਪਣੀ ਆਪਣੀ ਇਮਾਨਦਾਰੀ ਨਾਲ ਜ਼ਰੂਰ ਦੱਸਣੇ ਹਨ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੀ ਸਟੱਡੀ ਕਿਵੇਂ ਦੀ ਚੱਲ ਰਹੀ ਹੈ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ। ਐਂਡ ਜਿਹੜੇ ਵਿਦਿਆਰਥੀਆਂ ਨੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਹੈ ਅਤੇ ਨਾਲ ਹੀ ਬੈਲ ਆਈਕਨ 'ਤੇ ਪ੍ਰੈਸ ਕਰਕੇ ਆਲ ਬਟਨ 'ਤੇ ਜ਼ਰੂਰ ਕਲਿੱਕ ਕਰ ਲੈਣਾ ਹੈ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਤਾਂ ਹੁਣ ਆਪਾਂ ਅੱਜ ਦੀ ਇਸ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।